ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਦੇ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤਿਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੈ, ਜੈ ਤੈ ਭਏ ਸਹਾਏ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਆਦ ਨਿਰੰਜਨ ਹੈ ਗੁਰ ਨਾਨਕ, ਧਾਰਕ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣੋ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰਕ ਮੂਰਤ ਹੈ ਜਗ ਆਇਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭਾਤੀ ਮਹੱਲਾ ਪਹਿਲਾ। ਦਰਗਹਿ ਦਾਨਾ ਬੀਨਾ ਇਕ ਆਪੇ, ਨਿਰਮਲ ਗੁਰ ਕੀ ਬਾਣੀ। ਆਪੇ ਸੁਰਤਾ ਸਚ ਵਿਚਾਰਸ, ਆਪੇ ਬੂਝੈ ਪਦ ਨਿਰਬਾਣੀ। ਜਲ ਤਰੰਗ ਅਗਨੀ ਪਵਨ ਪੁਨ, ਤ੍ਰੈ ਮਿਲ ਜਗਤ ਉਪਾਇਆ। ਐਸਾ ਬਲ ਛਲ ਤਿਨ ਕੋ ਦੀਆ, ਹੁਕਮੀ ਠਾਕ ਰਹਾਇਆ। ਐਸੇ ਜਨ ਵਿਰਲੇ ਜਗ ਅੰਦਰ, ਪਰਖ ਖਜ਼ਾਨਾ ਪਾਇਆ। ਜਾਤ ਵਰਨ ਤੇ ਭਏ ਅਤੀਤਾ, ਮਮਤਾ ਲੋਭ ਚੁਕਾਇਆ। ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ। ਨਾਨਕ ਤਿਨ ਕੇ ਚਰਨ ਪਖਾਲੈ, ਜਿਨਾ ਗੁਰਮੁਖ ਸਾਚਾ ਪਾਇਆ। ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ। ਨਾਨਕ ਤਿਨ ਕੇ ਚਰਨ ਪਖਾਲੈ, ਜਿਨਾ ਗੁਰਮੁਖ ਸਾਚਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਚਬਰ ਦੇ ਮਾਲਕ, ਲੋਕ ਪਰਲੋਕ ਕੇ ਸੁਖ ਦਾਤੇ, ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸਤਿਗੁਰੂ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰ ਤੇ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰਦੇਵ ਜੀ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਨੇ। ਅੰਮ੍ਰਿਤ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਤੇ ਵਿਚਾਰਾਂ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ। ਆਪ ਜੀ ਸਮੇਂ-ਸਮੇਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਮਹਿਮਾ ਵਿਚਾਰ, ਗੁਰਬਾਣੀ ਪਾਠ, ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਹੁਣੇ ਹੁਣ ਕੀਰਤਨ ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਵਿੱਚੋਂ ਕੁਝ ਸ਼ਬਦ ਸਰਵਣ ਕੀਤੇ ਨੇ ਭਾਈ ਲਾਖਨ ਸਿੰਘ ਹੋਰਾਂ ਦੇ ਜਥੇ ਪਾਸੋਂ। ਕਿਉਂਕਿ ਇਹ ਦੋ ਸਮਾਂ ਹੈ, ਪਿਛਲੇ ਨਿਰੰਤਰ ਲਗਭਗ 2 ਹਫ਼ਤਿਆਂ ਤੋਂ ਆਪਾਂ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਗੁਰਪੁਰਬ ਭਾਵਨਾ ਤੇ ਸ਼ਰਧਾ ਸਹਿਤ ਮਨਾ ਰਹੇ ਹਾਂ। ਗੁਰਬਾਣੀ ਦੇ ਵਿਸ਼ੇਸ਼ ਕੀਰਤਨ ਸਮਾਗਮ ਹੋਏ ਪਿਛਲੇ ਦਿਨਾਂ ਵਿੱਚ। ਅੰਮ੍ਰਿਤ ਵੇਲੇ ਰੋਜ਼ਾਨਾ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਸੋ ਹੁਣ ਅੱਜ ਦਾ ਇਹ ਸਾਰੇ ਦਿਨ ਦਾ ਦੀਵਾਨ ਵੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ। ਮਹਾਰਾਜ ਨੇ ਕਿਰਪਾ ਕੀਤੀ ਹੈ, ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਦੀ ਹੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਧੁਰ ਕੀ ਬਾਣੀ ਦੇ ਵਿੱਚੋਂ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ। ਅੱਜ ਦਾ ਪਾਵਨ ਸ਼ਬਦ ਰਾਗ ਪ੍ਰਭਾਤੀ ਦੇ ਅੰਦਰ, ਜਿਸ ਪਾਵਨ ਸ਼ਬਦ ਦੇ ਕੁੱਲ 8 ਬੰਦ ਨੇ। 4 ਬੰਦਾਂ ਦੀ ਆਪਾਂ ਵਿਚਾਰ ਪਿਛਲੇ ਕੱਲ ਦੇ ਦੀਵਾਨ ਵਿੱਚ ਕਰ ਚੁੱਕੇ ਹਾਂ। ਸੋ ਜਿੱਥੇ ਮਹਾਰਾਜ ਦੇ ਅੱਜ ਦੇ ਬਖਸ਼ਿਸ਼ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜਨਾ ਹੈ, ਉੱਥੇ ਜਗਤ ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ, ਉਹਨਾਂ ਦਾ ਅੰਮ੍ਰਿਤ ਜੀਵਨ ਵੀ ਮਹਾਰਾਜ ਦੇ ਚਰਨ ਪਰਸਨੇ ਨੇ ਆਪਾਂ ਵਿਚਾਰਾਂ ਦੇ ਰੂਪ ਅੰਦਰ। ਸੋ ਆਓ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣੇ, ਸਤਿਗੁਰੂ ਜੀ ਦੀਆਂ ਵਡਿਆਈਆਂ, ਮਹਾਰਾਜ ਦੀ ਉਸਤਤ ਵਿੱਚ ਜੁੜਨਾ, ਇਹ ਵੀ ਵੱਡਿਆਂ ਭਾਗਾਂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਸਦਕੇ ਤੇ ਕੁਰਬਾਨ ਜਾਂਦਾ ਹਾਂ, ਜਿਹੜੇ ਗੁਰਸਿੱਖ ਸ਼ਰਧਾ ਨਾਲ ਭਾਵਨਾ ਨਾਲ ਸਤਿਗੁਰਾਂ ਦੇ ਪਾਵਨ ਪੁਰਬ ਮਨਾਉਂਦੇ ਨੇ। ਔਰ ਮਹਾਰਾਜ ਦੇ ਪਾਵਨ ਪੁਰਬ ਭਾਵਨਾ ਤੇ ਸ਼ਰਧਾ ਨਾਲ ਮਨਾਏ ਹੋਏ ਸਫਲ ਹੁੰਦੇ ਨੇ, ਜਦੋਂ ਸਤਿਗੁਰਾਂ ਦੇ ਕਹੇ ਹੋਏ ਪਾਵਨ ਹੁਕਮਾਂ ਨੂੰ, ਗੁਰੂ ਕੀ ਬਖਸ਼ਿਸ਼ ਨੂੰ ਅਸੀਂ ਜੀਵਨ ਅੰਦਰ ਧਾਰਨ ਕਰਦੇ ਹਾਂ। ਸਤਿਗੁਰਾਂ ਨੇ ਜੋ ਉਪਦੇਸ਼ ਦਿੱਤੇ ਨੇ, ਮਹਾਰਾਜ ਨੇ ਜੋ ਹੁਕਮ ਦ੍ਰਿੜ ਕਰਵਾਏ ਨੇ, ਉਹਨਾਂ ਨੂੰ ਜਦੋਂ ਪ੍ਰਵਾਨ ਕਰਦੇ ਹਾਂ ਸੰਗਤ ਜੀ, ਫਿਰ ਮਹਾਰਾਜ ਦੀ ਕਿਰਪਾ ਤੇ ਬਖਸ਼ਿਸ਼ ਰਹਿਮਤ ਜੀਵਨ ਦੇ ਅੰਦਰ ਹੁੰਦੀ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ, ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਹਾਂ, ਬਲਿਹਾਰ ਹਾਂ, ਸਦਕੇ ਹਾਂ, ਜਿਹੜੇ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਪਾਵਨ ਪੁਰਬ ਮਨਾਉਂਦੇ ਨੇ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਪਿਤਾ ਬਾਬਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਨਗਰ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ, ਰਾਏ ਭੋਏ ਦੀ ਤਲਵੰਡੀ। ਸਤਿਗੁਰਾਂ ਦਾ ਪਹਿਲਾ ਜਿਹੜਾ
ਬਜ਼ੁਰਗਾਂ ਦਾ ਨਗਰ ਸੀ। ਉਹ ਅਸਥਾਨ ਅੱਜ ਕੱਲ੍ਹ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਪੱਠੇਵਿੰਡ ਲੋਹਾਰ ਨਗਰ ਹੈ, ਔਰ ਜਿਸ ਨੂੰ ਡੇਰਾ ਸਾਹਿਬ ਦੇ ਨਾਮ ਨਾਲ ਸੰਗਤਾਂ ਜਾਣਦੀਆਂ ਨੇ। ਅਸਥਾਨ ਸੁੰਦਰ ਬਣਿਆ ਹੋਇਆ ਹੈ। ਵੱਡੇ ਬਜ਼ੁਰਗ ਸਤਿਗੁਰਾਂ ਦੇ ਉੱਥੇ ਰਹਿੰਦੇ ਸਨ। ਪਿਤਾ ਜੀ ਕਿਰਤਵਸ ਆਪਣੇ ਕਾਰੋਬਾਰ ਲਈ ਉਸ ਇਲਾਕੇ ਵਿੱਚ ਗਏ, ਉੱਥੇ ਵਾਸਾ ਬਣਿਆ। ਮਹਾਰਾਜ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਅੰਦਰ, ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਸਨ ਉਹ ਬਹੁਤੇ ਵਧੀਆ ਨਹੀਂ ਸਨ। ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਔਰ ਜਿਨ੍ਹਾਂ ਲੋਕਾਂ ਤੋਂ ਨਿਆਂ ਦੀ ਆਸ ਸੀ, ਜਿਨ੍ਹਾਂ ਲੋਕਾਂ ਤੋਂ ਮਨੁੱਖ ਕੁਝ ਚਾਹੁੰਦਾ ਸੀ, ਇਨਸਾਫ, ਹਰ ਪਾਸੇ ਮਨੁੱਖ ਨੂੰ ਇਨਸਾਫ ਜਿਹੜਾ ਉਹ ਨਾ ਮਿਲਦਾ ਦਿਸ ਰਿਹਾ ਸੀ। ਮਹਾਰਾਜ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਦਾ ਜ਼ਿਕਰ ਕੀਤਾ ਹੈ। ਗੁਰਦੇਵ ਦੇ ਪਾਵਨ ਬਚਨ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਦ। ਕਾਦੀ ਦਾ ਅਰਥ ਕਾਜੀ ਹੈ। ਕਾਜੀ ਤੋਂ ਇਨਸਾਫ ਦੀ ਆਸ ਸੀ, ਕੋਈ ਬੇਈਮਾਨ ਹੋ ਸਕਾ ਸੀ। ਔਰ ਜਿਹੜੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਬ੍ਰਾਹਮਣ ਦੀ ਹਾਲਤ ਵੀ ਇਸ ਤਰ੍ਹਾਂ ਦੀ ਬਣ ਚੁੱਕੀ ਸੀ। ਔਰ ਇਸੇ ਤਰ੍ਹਾਂ ਜੋਗੀ ਜਿਹੜੇ ਧਾਰਮਿਕ ਪਹਿਰਾਵਾ ਤਾਂ ਧਾਰਨ ਕਰਕੇ ਲੋਕਾਂ ਨੂੰ ਧਾਰਮਿਕ ਦੱਸ ਰਹੇ ਸਨ, ਪਰ ਘਰ-ਬਾਰ ਨੂੰ ਤਿਆਗ ਕੇ ਬਾਹਰ ਜੰਗਲ ਪਹਾੜਾਂ ਵਿੱਚ ਜਾ ਕੇ ਬੈਠ ਗਏ। ਕੋਈ ਸੰਸਾਰ ਵਿੱਚ ਭਾਰਤ ਦੀ ਧਰਤੀ ਤੇ ਵਿਸ਼ੇਸ਼ ਕਰਕੇ ਇਸ ਤਰ੍ਹਾਂ ਦੀ ਹਸਤੀ, ਇਸ ਤਰ੍ਹਾਂ ਦੀ ਰੂਹ ਲੋਕਾਂ ਨੂੰ ਨਹੀਂ ਸੀ ਦਿਸਦੀ। ਔਰ ਰਾਜਨੀਤਿਕ ਤੌਰ ਤੇ ਇਤਿਹਾਸਕਾਰ ਕਹਿੰਦੇ ਨੇ ਬਾਹਰੋਂ ਹਮਲਾਵਰ ਆਉਂਦੇ, ਜਰਵਾਣੇ ਆਉਂਦੇ ਔਰ ਭਾਰਤ ਦੇ ਉੱਤੇ ਹਮਲਾ ਕਰਦੇ, ਲੁੱਟ ਕੇ ਲੈ ਜਾਂਦੇ। ਪੰਜਾਬ ਜਿਹੜਾ ਸੀ ਸੰਗਤ ਜੀ, ਮਹਾ ਪੰਜਾਬ, ਜਿਹਦੇ ਵਿੱਚ ਉਹ ਮਹਾਰਾਜ ਦੇ ਪਾਵਨ ਜਨਮ ਅਸਥਾਨ ਦਾ ਇਲਾਕਾ ਵੀ ਆਉਂਦਾ ਸੀ। ਅੱਜ ਤਾਂ ਭਾਵੇਂ ਵੰਡ ਹੋ ਕੇ ਦੋ ਬਣ ਚੁੱਕੇ ਨੇ। ਉਸ ਪੰਜਾਬ ਦੇ ਕੰਨਾਂ ਵਿੱਚ ਇਤਿਹਾਸਕਾਰ ਕਹਿੰਦੇ ਦੋ ਆਵਾਜ਼ਾਂ ਪੈਂਦੀਆਂ ਸਨ। ਜਦੋਂ ਦੁਸ਼ਮਣ ਆਉਂਦਾ, ਉਹਦੇ ਆਉਣ ਦੇ ਸਮੇਂ ਘੋੜਿਆਂ ਦੇ ਟਾਪਾਂ ਦੀ ਆਵਾਜ਼ ਕੰਨਾਂ ਵਿੱਚ ਮਨੁੱਖਾਂ ਦੇ ਪੈਂਦੀ ਸੀ। ਜਦੋਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਲੈ ਕੇ ਜਾਂਦਾ, ਉਹਨਾਂ ਦੇ ਰੋਣ ਕਰਲਾਉਣ ਦੀ ਆਵਾਜ਼ ਆਉਂਦੀ ਸੀ। ਇਸ ਤਰ੍ਹਾਂ ਦੇ ਸਮੇਂ ਅੰਦਰ ਮਹਾਰਾਜ ਦਾ ਪਾਵਨ ਪ੍ਰਕਾਸ਼ ਹੋਇਆ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਅਸੀਂ ਸੁਣ ਰਹੇ ਹਾਂ ਲਗਾਤਾਰ। ਵੈਸੇ ਤਾਂ ਸੰਗਤ ਜੀ ਖਿਮਾ ਕਰਨੀ, ਦਰਬਾਰ ਸਾਹਿਬ ਦੇ ਅੰਦਰ ਇਹ ਪਿਛਲੇ ਕੁਝ ਸਮੇਂ ਤੋਂ ਯਤਨ ਕੀਤਾ ਹੈ ਕਿ ਜਦੋਂ ਮਹਾਰਾਜ ਦਾ ਪਾਵਨ ਪ੍ਰਕਾਸ਼ ਗੁਰਪੁਰਬ ਦੇ ਇਹ ਦਿਨ ਆਉਂਦੇ ਨੇ, ਸਮਾਂ ਆਉਂਦਾ ਹੈ, ਤਾਂ ਸਮੁੱਚੇ ਉੱਥੋਂ ਦੇ ਗੁਰੂ ਕੇ ਕੀਰਤਨੀਏ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਜਿੰਨੇ ਦਿਨ ਵੀ 15 ਜਾਂ 20 ਦਿਨ ਸ਼ਬਦ ਗਾਇਨ ਕਰਦੇ ਨੇ, ਉਹ ਸਾਰੀ ਉਹੀ ਹਾਲਾਤ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਮਹਾਰਾਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੀ ਜ਼ਿਕਰ ਕੀਤਾ ਹੈ, ਉਹ ਸ਼ਬਦਾਂ ਦਾ ਗਾਇਨ ਕਰਦੇ ਨੇ। ਫਿਰ ਮਹਾਰਾਜ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆਉਂਦਾ ਹੈ। ਉਸ ਦਿਨ ਫਿਰ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਸੁਣੀ ਪੁਕਾਰ ਦਾਤਾਰ ਪ੍ਰਭ। ਇਸ ਤਰ੍ਹਾਂ ਦੇ ਸ਼ਬਦ ਗਾਇਨ ਹੁੰਦੇ ਨੇ। ਫਿਰ ਲਗਾਤਾਰ ਕੁਝ ਦਿਨ, 2-3 ਹਫ਼ਤੇ ਬਾਅਦ ਵਿੱਚ ਮਹਾਰਾਜ ਦੀਆਂ ਉਦਾਸੀਆਂ ਦਾ ਸਮਾਂ, ਯਾਤਰਾਵਾਂ ਦਾ ਸਮਾਂ। ਫਿਰ ਬਾਬਾ ਗਿਆ ਬਗਦਾਦ ਨੂੰ, ਸਾਰੇ ਸ਼ਬਦਾਂ ਦਾ ਲੜੀਵਾਰ ਗਾਇਨ ਕੀਤਾ ਜਾਂਦਾ ਹੈ। ਸਾਨੂੰ ਯਤਨ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਇੱਕ ਵਿਸ਼ੇ ਚੁਣ ਕੇ,
ਔਰ ਇਸ ਤਰ੍ਹਾਂ ਦਾ ਬਣਾ ਕੇ ਸਾਰਾ ਪ੍ਰਕਰਨ ਜਿਹੜਾ ਹੈ, ਤਾਂ ਕਿ ਮਹਾਰਾਜ ਦਾ ਜੀਵਨ ਇਤਿਹਾਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਨਜ਼ਰਾਂ ਦੇ ਵਿੱਚ ਜੋ ਹੈ, ਉਹਨੂੰ ਸਾਰੇ ਨੂੰ ਅਸੀਂ ਸਮਝਦੇ ਸੁਣ ਸਕੀਏ। ਮਹਾਰਾਜ ਦੀ ਵਡਿਆਈ ਜਿੱਥੇ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ, ਉੱਥੇ ਭੱਟਾਂ ਦੇ ਸਵਈਆਂ ਦੇ ਅੰਦਰ ਮਹਾਰਾਜ ਦੀ ਵਡਿਆਈ ਦਾ ਜ਼ਿਕਰ ਹੈ। ਔਰ ਸਿੱਧਾਂ ਦੀ ਨਜ਼ਰ ਦੇ ਵਿੱਚ ਗੁਰੂ ਨਾਨਕ ਦੀ ਵਡਿਆਈ ਕੀ ਹੈ, ਉਹ ਵੀ ਸਿੱਧ ਗੋਸ਼ਟ ਬਾਣੀ ਦੀ ਵਿਚਾਰ, ਔਰ ਮਹਾਰਾਜ ਨੇ ਕਿਵੇਂ ਨਿਰਉੱਤਰ ਕੀਤਾ ਉਹਨਾਂ ਨੂੰ, ਔਰ ਆਖਰ ਤੇ ਉਹਨਾਂ ਦੀ ਇਸ ਮਹਾਰਾਜ ਦੀ ਵਡਿਆਈ ਤੇ ਸ਼ੋਭਾ ਨੂੰ ਦੇਖ ਕੇ ਮੁਖ ਤੋਂ ਬੋਲ ਨਿਕਲੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਰਹੋ ਵਿਚਾਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ ਨੇ। ਸਾਖੀਆਂ ਆਪਾਂ ਸਾਰੀਆਂ ਮਹਾਰਾਜ ਦੇ ਜੀਵਨ ਦੀਆਂ ਉਹ ਸੁਣੀਆਂ ਨੇ, ਕਿਵੇਂ ਪਾਂਧੇ ਦੇ ਪਾਸ ਪੜ੍ਹਨ ਲਈ ਬਿਠਾਇਆ ਗਿਆ, ਜਿਵੇਂ ਜਨੇਊ ਦੀ ਉਹ ਰਸਮ ਕਰਨ ਲਈ ਮਹਾਰਾਜ ਨੇ ਇੱਕ ਆਵਾਜ਼ ਬੁਲੰਦ ਕੀਤੀ, ਔਰ ਮਹਾਰਾਜ ਕਹਿਣ ਲੱਗੇ ਕਿਸੇ ਵਿਸ਼ੇਸ਼ ਮੈਂ ਪਹਿਰਾਵੇ ਦੇ ਵਿੱਚ, ਕਿਸੇ ਵਿਸ਼ੇਸ਼ ਧਰਮ ਦਾ ਮੈਂ ਬੰਧਨ ਦੇ ਵਿੱਚ ਨਹੀਂ ਰਹਾਂਗਾ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸੰਗਤ ਜੀ ਯਾਦ ਰੱਖੀਏ, ਮਹਾਰਾਜ ਨੇ ਕਿਸੇ ਨੇ ਜ਼ੋਰ ਦੇ ਨਾਲ, ਧੱਕੇ ਦੇ ਨਾਲ ਜਨੇਊ ਪਾਉਣ ਦਾ ਯਤਨ ਕੀਤਾ, ਮਹਾਰਾਜ ਨੇ ਵਿਰੋਧ ਕੀਤਾ। ਔਰ ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ। 9ਵੇਂ ਜਾਮੇ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਨਾਨਕ ਦੇ 9ਵਾਂ ਜਾਮਾ ਜੋਤ ਉਹ ਹੈ, ਮਹਾਰਾਜ ਦੀ ਜੋਤ ਉਹਾ ਜੁਗਤ ਸਾਏ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਇਹ ਗੱਲ ਆਈ, ਉਹੀ ਜਨੇਊ ਜਿਹੜਾ ਸੀ ਧੱਕੇ ਦੇ ਨਾਲ ਉਤਾਰਿਆ ਜਾ ਰਿਹਾ ਸੀ, ਮਹਾਰਾਜ ਕਹਿੰਦੇ ਇਹ ਨਹੀਂ ਉਤਾਰਨ ਦਿੱਤਾ ਜਾਵੇਗਾ। ਸੋ ਮਹਾਰਾਜ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਇਹ ਜਿਹੜਾ ਸਿੱਖ ਧਰਮ ਹੈ, ਸਤਿਗੁਰਾਂ ਨੇ ਆਪ ਪ੍ਰਗਟ ਕੀਤਾ। ਮਹਾਰਾਜ ਨੇ ਇਹ ਆਵਾਜ਼ ਬੁਲੰਦ ਕੀਤੀ। ਜੇ ਮਹਾਰਾਜ ਦੀ ਰਸਨਾ ਤੋਂ ਗੁਰਦੇਵ ਸਤਿਗੁਰਾਂ ਦੇ ਪਾਵਨ ਜੀਵਨ ਅੰਦਰ ਆਪਾਂ ਦੇਖਦੇ ਹਾਂ, ਤਾਂ ਮਹਾਰਾਜ ਨੇ ਕਰਤੇ ਨੂੰ, ਪ੍ਰਭੂ ਨੂੰ ਸੰਬੋਧਨ ਕਰਕੇ ਵੀ ਇਹ ਬਚਨ ਕਹਿ ਦਿੱਤੇ, ਕੀਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਆਏ ਨੇ। ਕੁਝ ਸਮਾਂ ਮਹਾਰਾਜ ਨੇ ਉੱਥੇ ਕਿਰਤ ਕੀਤੀ ਹੈ, ਔਰ ਫਿਰ ਗੁਰਦੇਵ ਸਤਿਗੁਰਾਂ ਨੇ ਦੇਖਿਆ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਥਮੀ ਦਿਸ ਆਈ, ਬੱਜਹੁ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਸੰਗਤ ਜੀ, 4 ਵੱਡੀਆਂ ਯਾਤਰਾਵਾਂ ਮਹਾਰਾਜ ਦੀਆਂ, ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਵੀ ਦਿੱਤਾ ਹੈ, ਮਹਾਰਾਜ ਨੇ ਕੀਤੀਆਂ ਨੇ। ਗੁਰਦੇਵ ਜਿੱਥੇ ਜਿੱਥੇ ਵੀ ਗਏ ਨੇ, ਮਹਾਰਾਜ ਨੇ ਵਿਚਾਰ ਦੇ ਨਾਲ, ਕਿਤੇ ਮਹਾਰਾਜ ਨੇ ਤਕਰਾਰ ਨਹੀਂ ਕੀਤਾ। ਜੇ ਕਿਤੇ ਮੈਂ ਸਮਝਦਾ ਅੱਜ ਦਾ ਸਮਾਂ ਹੁੰਦਾ ਤਾਂ ਕੁਝ ਹਾਲਾਤ ਹੋਰ ਤਰ੍ਹਾਂ ਦੇ ਬਣ ਜਾਣੇ ਸਨ, ਪਰ ਮਹਾਰਾਜ ਨੇ ਨਹੀਂ। ਮਹਾਰਾਜ ਵੱਡੇ ਸਨਾਤਨ ਧਰਮ ਦੇ ਤੀਰਥਾਂ ਤੇ ਵੀ ਗਏ ਨੇ। ਇਸਲਾਮ ਜਗਤ ਦੇ ਵੱਡੇ ਉਹਨਾਂ ਅਸਥਾਨਾਂ ਦਾ ਵੀ ਭਰਮਣ ਕੀਤਾ ਹੈ, ਪਰ ਮਹਾਰਾਜ ਨੇ ਸਿਧਾਂਤਕ ਤੌਰ ਤੇ ਬੜੇ ਪਿਆਰ ਦੇ ਨਾਲ, ਬੜੇ ਸਹਿਜ ਦੇ ਨਾਲ ਤੇ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਮਝਾਇਆ। ਉਹ ਗੱਲ ਭਾਵੇਂ ਹਰਿਦੁਆਰ ਪਾਣੀ ਦੇਣ ਦੀ ਹੋਵੇ, ਔਰ ਭਾਵੇਂ ਮਹਾਰਾਜ ਗੁਰਦੇਵ ਜੀ ਨੂੰ ਇਹ ਗੱਲ ਕਹੀ ਜਾਵੇ ਕਿ ਪ੍ਰਮਾਤਮਾ ਇੱਧਰ ਹੈ, ਮਹਾਰਾਜ ਨੇ ਕਿਹਾ ਜਿੱਧਰ ਪ੍ਰਮਾਤਮਾ ਨਹੀਂ ਉੱਧਰ ਨੂੰ ਮੈਨੂੰ ਕਰ ਦਿਓ। ਇਸ ਤਰ੍ਹਾਂ ਦੀਆਂ ਸਾਖੀਆਂ ਵੱਡੀਆਂ ਆਪਾਂ ਸਾਰਿਆਂ ਨੇ ਸੁਣੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਗਏ ਨੇ, ਜੇ ਜਗਨਨਾਥਪੁਰੀ ਦੇ ਵਿੱਚ ਗਏ ਨੇ, ਤਾਂ ਗੁਰਦੇਵ ਜੀ ਨੇ ਬੜੀ ਬੁਲੰਦ ਆਵਾਜ਼ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਬ੍ਰਹਿਮੰਡ ਪ੍ਰਮਾਤਮਾ ਦੀ ਆਰਤੀ ਸਮੁੱਚੀ ਕਾਇਨਾਤ ਕਰ ਰਹੀ ਹੈ। ਇਹ ਵਿਸ਼ੇਸ਼ ਆਰਤੀ ਦੀਵੇ ਤਿਆਰ ਕਰਕੇ ਕਰਨੀ, ਇਹਦੀ ਕੋਈ ਬਹੁਤੀ ਜ਼ਰੂਰਤ ਨਹੀਂ।
ਸੋ ਮਹਾਰਾਜ ਨੇ ਇੱਕ ਦੀ ਗੱਲ ਕੀਤੀ ਹੈ। ਸੁਲਤਾਨਪੁਰ ਦੀ ਧਰਤੀ ਤੋਂ ਮਹਾਰਾਜ ਜਦੋਂ ਵੇਈਂ ਪ੍ਰਵੇਸ਼ ਤੋਂ ਬਾਅਦ ਪ੍ਰਗਟ ਹੋਏ ਨੇ ਤਾਂ ਇੱਕ ਦਾ ਸੁਨੇਹਾ ਮਹਾਰਾਜ ਨੇ ਦਿੱਤਾ। ਇੱਕ ਗੱਲ ਯਾਦ ਰੱਖੀਏ ਸੰਗਤ ਜੀ, ਮੂਲ ਮੰਤਰ ਦਾ ਉਚਾਰਨ ਵਿਦਵਾਨ ਮੰਨਦੇ ਨੇ ਸੁਲਤਾਨਪੁਰ ਦੀ ਧਰਤੀ ਤੇ ਕੀਤਾ, ਔਰ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਵੱਖਰੀ ਗੱਲ ਹੈ, ਅੱਜ ਅਸੀਂ ਧੜਿਆਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਬੱਝੇ ਹੋਣ ਕਰਕੇ ਕਈ ਵਾਰ ਆਪਣੀ ਆਪਣੀ ਸੋਚ ਅਨੁਸਾਰ, ਪਰ ਮਹਾਰਾਜ ਦੇ ਪਾਵਨ ਸਤਿਗੁਰਾਂ ਦੇ ਸਰੂਪ ਵਿੱਚੋਂ ਜਿਸ ਸਤਿਗੁਰਾਂ ਦੇ ਅੱਜ ਅਸੀਂ ਦਰਸ਼ਨ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸਤਿਗੁਰੂ ਨੇ, ਉੱਥੋਂ ਸਾਨੂੰ ਇਹ ਅਗਵਾਈ ਮਿਲਦੀ ਹੈ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਇਸ ਗੱਲ ਤੇ ਸਾਨੂੰ ਦ੍ਰਿੜ ਹੋ ਜਾਣਾ ਚਾਹੀਦਾ ਹੈ। ਜਦੋਂ ਕੌਮੀ ਤੌਰ ਤੇ ਅਸੀਂ ਇਸ ਤਰ੍ਹਾਂ ਦੇ ਵੱਡੇ ਮਸਲਿਆਂ ਤੇ ਇੱਕ ਸਾਰਤਾ ਕਰ ਲਵਾਂਗੇ ਔਰ ਇੱਕ ਸਾਰ ਹੋ ਜਾਵਾਂਗੇ ਤਾਂ ਉਹ ਦਿਨ ਦੂਰ ਨਹੀਂ ਜਿਸ ਹਲੇਮੀ ਰਾਜ ਦੀ ਗੱਲ ਮਹਾਰਾਜ ਨੇ ਕੀਤੀ ਹੈ, ਉਹ ਮਹਾਰਾਜ ਸਾਡੇ ਜੀਵਨ ਦੇ ਅੰਦਰ ਹੀ ਸਾਨੂੰ ਦਿਖਾ ਦੇਣਗੇ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰਦੇਵ ਸਤਿਗੁਰਾਂ ਨੇ ਇੱਕ ਦੇ ਨਾਲ ਜੁੜਨ ਦਾ, ਇੱਕ ਦੇ ਨਾਲ ਰਹਿਣ ਦਾ ਮਹਾਰਾਜ ਨੇ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦੇ ਜੀਵਨ ਤੋਂ ਸੰਗਤ ਜੀ ਅੱਜ ਅਸੀਂ ਪਾਵਨ ਪੁਰਬ ਮਨਾ ਰਹੇ ਹਾਂ, ਔਰ ਜੀਵਨ ਦੇ ਅੰਦਰ ਕੋਈ ਰਸ, ਕੋਈ ਜੀਵਨ ਦੇ ਅੰਦਰ ਤਬਦੀਲੀ ਬੜੇ ਸਾਲ ਹੋ ਗਏ ਨੇ ਆਪਾਂ ਨੂੰ ਸਤਿਗੁਰਾਂ ਦੇ ਪੁਰਬ ਮਨਾਉਂਦਿਆਂ ਕਿਉਂ ਨਹੀਂ ਆ ਰਹੀ? ਕਿਉਂਕਿ ਅਸੀਂ ਕੇਵਲ ਤੇ ਕੇਵਲ ਦਿਨ ਦੇ ਦਿਨ ਆ ਕੇ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਪੜ੍ਹ ਲਿਆ, ਸੁਣ ਲਿਆ, ਸੁਣਾ ਲਿਆ, ਬਸ ਇੱਥੋਂ ਤੱਕ ਸੀਮਿਤ ਹੋ ਗਏ। ਪਰ ਮਹਾਰਾਜ ਦੀ ਪਾਵਨ ਬਾਣੀ ਦਾ ਸਿਧਾਂਤ ਹੈ, ਉਹ ਭਾਵੇਂ ਗੁਰੂ ਨਾਨਕ ਸਾਹਿਬ ਦੇ ਬਚਨ ਹੋਣ, ਭਾਵੇਂ ਚੌਥੇ ਜਾਮੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੋਣ, ਸਾਹਿਬ ਕਹਿੰਦੇ ਨੇ ਗਾਵਿਆ ਸੁਣਿਆ, ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਥਾਂ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਪ੍ਰਵਾਨ ਕੀਤਾ ਹੈ, ਗੁਰੂ ਦੇ ਹੁਕਮ ਨੂੰ ਮੰਨਿਆ ਹੈ। ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਤਾਂ ਪਾਵਨ ਬਚਨ ਨੇ। ਜੇ ਜਪ ਬਾਣੀ ਅੰਦਰ ਹੀ ਮਹਾਰਾਜ ਦੀ ਬਖਸ਼ਿਸ਼ ਨੂੰ ਆਪਾਂ ਦੇਖੀਏ, ਜਦੋਂ ਸਚਿਆਰ ਦੀ ਗੱਲ ਮਹਾਰਾਜ ਕਰਦੇ ਨੇ, ਔਰ ਕੂੜ ਦੀ ਕੰਧ ਕਿਵੇਂ ਟੁੱਟੇ, ਪਾਲ ਕਿਵੇਂ ਖਤਮ ਹੋਵੇ, ਤਾਂ ਮਹਾਰਾਜ ਨੇ ਉੱਥੇ ਵੀ ਇਹ ਅੰਮ੍ਰਿਤ ਬਚਨ ਕਹੇ ਨੇ। ਔਰ ਮੈਂ ਕਹਿੰਦਾ ਇਹਨਾਂ ਬਚਨਾਂ ਨੂੰ ਆਪਾਂ ਮੰਨ ਲਈਏ ਤਾਂ ਜੀਵਨ ਅੰਦਰ ਰਸ ਤੇ ਆਨੰਦ ਆ ਸਕਦਾ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੱਜ ਆਪਾਂ ਕਿੰਨੇ ਅੰਮ੍ਰਿਤ ਵੇਲੇ ਉੱਠਦੇ ਹਾਂ, ਕਿੰਨੇ ਕੁ ਮਾਲਕ ਦੀ ਵਡਿਆਈ ਵਿੱਚ ਜੁੜਦੇ ਹਾਂ, ਇਹ ਆਪਾਂ ਆਪਣੇ ਅੰਦਰ ਝਾਤ ਮਾਰਨੀ ਹੈ, ਅੰਤਰ ਆਤਮੇ ਦੇਖਣਾ ਹੈ ਕਿ ਸਤਿਗੁਰਾਂ ਦੇ ਪੁਰਬ ਤੇ ਜੁੜੇ ਹਾਂ। ਅੱਜ ਤੋਂ ਪਰਨ ਕਰੀਏ, ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਚਰਨ ਕਮਲਾਂ ਵਿੱਚ ਜੁੜੀਏ, ਸੋਚ ਇਸ਼ਨਾਨ ਕਰਕੇ ਮਹਾਰਾਜ ਦੀ ਪਾਵਨ ਹਜ਼ੂਰੀ ਔਰ ਮਹਾਰਾਜ ਦੇ ਪਾਵਨ ਚਰਨ ਕਮਲਾਂ ਵਿੱਚ ਜੁੜ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਦ੍ਰਿੜ ਕਰਾਂਗੇ। ਸੰਗਤ ਜੀ, ਇਹੀ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਸਾਨੂੰ ਬਖਸ਼ਿਸ਼ ਕੀਤੀ ਸੀ, ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਨੇ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸੋਦਰ ਔਰ ਆਰਤੀ ਦਾ ਮਹਾਰਾਜ ਨੇ ਸ਼ਬਦਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਨੇ। ਸੁਹੇਲੇ ਦਾ ਜ਼ਿਕਰ ਹੈ, ਜਪ ਬਾਣੀ ਦਾ ਜ਼ਿਕਰ ਹੈ। ਕਰਤਾਰਪੁਰ ਦੀ ਧਰਤੀ ਤੇ ਮਹਾਰਾਜ ਨੇ ਆਪ ਕਿਰਤ ਵੀ ਕੀਤੀ ਔਰ ਉੱਥੇ ਸਿੱਖੀ ਦੀ ਘਾੜਤ ਵੀ ਘੜੀ ਗਈ। ਭਾਈ ਲਹਿਣੇ ਵਰਗਿਆਂ ਦਾ ਜੀਵਨ ਇੰਨਾ ਨਿਰਮਲ ਬਣ ਗਿਆ, ਇੱਕ ਦਿਨ ਮਹਾਰਾਜ ਦੇ ਅੰਗ ਬਣ ਕੇ ਗੁਰੂ ਅੰਗਦ ਸਾਹਿਬ ਦੇ ਰੂਪ ਅੰਦਰ ਪ੍ਰਗਟ ਹੋਏ ਨੇ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਬਹੁਤ ਸਾਰੀਆਂ ਮਹਾਰਾਜ ਦੇ ਜੀਵਨ ਦੀਆਂ ਨਿਰਮਲ ਕਥਾਵਾਂ ਨੇ, ਕਿਵੇਂ ਕੌੜੇ ਰੀਠੇ ਜਿਹੜੇ ਨੇ ਮਿੱਠੇ ਹੋ ਗਏ, ਕਿਵੇਂ ਮਹਾਰਾਜ ਦੀ ਚਰਨ ਛੋਹ ਲੈ ਕੇ
ਠੱਗ ਬਿਰਤੀ ਦੇ ਲੋਕ ਜਿਹੜੇ ਨੇ ਉਹ ਸੱਜਣ ਬਣ ਗਏ। ਮਹਾਰਾਜ ਦਾ ਉਪਦੇਸ਼ ਸੁਣ ਕੇ ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੇ ਖੜੈ ਦਿਸਨ। ਹੰਕਾਰੀਆਂ ਦਾ ਮਹਾਰਾਜ ਨੇ ਹੰਕਾਰ ਦੂਰ ਕੀਤਾ। ਭਾਵੇਂ ਵਲੀ ਕੰਧਾਰੀ ਦੇ ਅੰਦਰ ਹਉਮੈ ਹੰਕਾਰ ਸੀ, ਮਹਾਰਾਜ ਨੇ ਉਸ ਦਾ ਹੰਕਾਰ ਦੂਰ ਕੀਤਾ। ਔਰ ਗੁਰਦੇਵ ਦੀ ਸੰਗਤ ਦੇ ਵਿੱਚ ਭਾਈ ਮਰਦਾਨਾ ਜੀ ਔਰ ਬਾਲੇ ਬਾਰੇ ਕੁਝ ਵਿਦਵਾਨ ਆਪਣੀ ਰਾਏ ਰੱਖਦੇ ਨੇ, ਪਰ ਸੰਗਤ ਜੀ ਸੱਚ ਹੈ, ਆਪਣੀ ਆਪਣੀ ਵਿਦਵਾਨਾਂ ਦੀ ਰਾਏ ਹੋ ਸਕਦੀ ਹੈ। ਪਰ ਜਿਹੜੇ ਮਾਲ ਦੇ ਕਾਗਜ਼ ਨੇ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈ, ਭਾਈ ਬਾਲੇ ਦੇ ਖੂਹ ਦਾ ਜ਼ਿਕਰ ਹੈ, ਔਰ ਉੱਥੋਂ ਦੇ ਜਿਹੜੇ ਮਾਲ ਦੇ ਜ਼ਮੀਨ ਦੇ ਕਾਗਜ਼ਾਤ ਨੇ ਉਹ ਭਾਈ ਬਾਲੇ ਦਾ ਸਾਰਾ ਜ਼ਿਕਰ ਆਉਂਦਾ ਹੈ। ਇਸ ਕਰਕੇ ਬਹੁਤੇ ਮੈਂ ਸਮਝਦਾ ਹਾਂ ਇਹਨਾਂ ਵਿਸ਼ਿਆਂ ਵੱਲ ਸਾਨੂੰ ਪੈਣ ਦੀ ਲੋੜ ਨਹੀਂ। ਯਤਨ ਕਰੀਏ ਮਹਾਰਾਜ ਦੇ ਜਿਹੜੇ ਪ੍ਰਤੱਖ ਉਪਦੇਸ਼ ਨੇ, ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ, ਉਸ ਬਾਣੀ ਨੂੰ ਪੜ੍ਹੀਏ, ਉਸ ਬਾਣੀ ਨੂੰ ਵਿਚਾਰੀਏ, ਉਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰੀਏ ਤਾਂ ਜੀਵਨ ਦੇ ਅੰਦਰ ਆਨੰਦ ਤੇ ਚਾਉ ਸਦਾ ਬਣ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਇੱਕ ਮਾਰਗ ਤੇ ਚਲਦਿਆਂ ਚਲਦਿਆਂ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਨੇ, ਭਾਈ ਬਾਲਾ ਜੀ ਨੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਰਸਤੇ ਦੇ ਵਿੱਚ ਰੁਕੇ ਨੇ। ਕੁਝ ਸੰਗੀ ਆਏ ਨੇ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨ ਸੁਣੇ, ਵਿਚਾਰਾਂ ਹੋਈਆਂ ਔਰ ਉੱਥੋਂ ਕੁਝ ਇਸ ਤਰ੍ਹਾਂ ਦੀ ਸੁਗੰਧੀ ਜਦੋਂ ਅਨੁਭਵ ਹੋਈ ਤਾਂ ਮਰਦਾਨੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਇੱਥੋਂ ਬੜੀ ਸੁਗੰਧੀ ਆ ਰਹੀ ਹੈ, ਬੜੀ ਖੁਸ਼ਬੂ ਆ ਰਹੀ ਹੈ। ਸੰਗਤ ਜੀ, ਇਹ ਘਟਨਾਵਾਂ, ਇਹ ਸਾਖੀਆਂ ਸਾਡੇ ਲਈ ਪ੍ਰੇਰਨਾਦਾਇਕ ਹੁੰਦੀਆਂ ਨੇ ਸਦਾ ਹੀ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਉਹ ਸਾਹਮਣੇ ਛੱਪੜ ਹੈ, ਉੱਥੋਂ ਸੁਗੰਧੀ। ਮਰਦਾਨਾ ਕਹਿਣ ਲੱਗਾ, ਮਹਾਰਾਜ ਉਹ ਤਾਂ ਗੰਦਗੀ ਦਾ ਭਰਿਆ ਹੋਇਆ ਛੱਪੜ ਹੈ, ਉੱਥੋਂ ਕਾਹਦੀ ਸੁਗੰਧੀ? ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਸਾਹਮਣੇ ਦੇਖ, ਉਹਦੇ ਪਾਣੀ ਦੇ ਵਿੱਚ, ਗੰਦਗੀ ਦੇ ਵਿੱਚ ਉਹ ਕਵਲ ਦੇ ਜਿਹੜੇ ਫੁੱਲ ਨੇ ਉਹ ਖਿੜੇ ਹੋਏ ਸੁਗੰਧੀ ਦੇ ਰਹੇ ਨੇ। ਔਰ ਹਰ ਆਉਂਦੇ ਜਾਂਦੇ ਰਾਹੀ ਪਾਂਧੀ ਨੂੰ ਇਸ ਗੱਲ ਦਾ ਸੁਨੇਹਾ ਦੇ ਰਹੇ ਨੇ ਕਿ ਸੰਸਾਰ ਦੇ ਅੰਦਰ ਰਹਿੰਦਿਆਂ, ਪਰਿਵਾਰਾਂ ਵਿੱਚ ਰਹਿੰਦਿਆਂ, ਔਰ ਕਿਤੇ ਇਸ ਤਰ੍ਹਾਂ ਦਾ ਸਮਾਂ ਵੀ ਆ ਜਾਵੇ ਜਿਸ ਤਰ੍ਹਾਂ ਦਾ ਇਸ ਕਵਲ ਦੇ ਫੁੱਲ ਦੇ ਜੀਵਨ ਵਿੱਚ ਹੈ ਕਿ ਇਹਦੇ ਜੜ੍ਹਾਂ ਦੇ ਅੰਦਰ ਪਾਣੀ ਔਰ ਗੰਦਗੀ ਹੈ, ਉੱਥੇ ਵੀ ਨਿਰਲੇਪ ਰਹਿ ਕੇ ਆਪਣੇ ਜੀਵਨ ਦੇ ਚੰਗੇ ਗੁਣਾਂ ਨੂੰ ਕਦੀ ਤਿਆਗਣਾ ਨਹੀਂ। ਵਿਚਾਰਾਂ ਹੋਈਆਂ। ਭਾਈ ਮਰਦਾਨੇ ਨੇ ਮਹਾਰਾਜ ਦੇ ਅੱਗੇ ਸੀਸ ਝੁਕਾਇਆ, ਚਲੇ ਗਏ, ਤੁਰ ਗਏ। ਸਮਾਂ ਬਣ ਗਿਆ, ਫਿਰ ਉਸ ਰਸਤੇ ਵਿਦਵਾਨ ਕਹਿੰਦੇ ਮਹਾਰਾਜ ਦਾ ਚੱਕਰ ਲੱਗਾ, ਵਾਪਸ ਆਏ। ਅੱਜ ਮਰਦਾਨੇ ਨੇ ਫਿਰ ਸਵਾਲ ਕਰ ਦਿੱਤਾ, ਮਹਾਰਾਜ ਅੱਜ ਕੋਈ ਸੁਗੰਧੀ ਨਹੀਂ, ਕੋਈ ਖੁਸ਼ਬੂ ਨਹੀਂ। ਮਰਦਾਨਿਆਂ ਦੇਖ, ਉਹ ਕਵਲ ਦੇ ਫੁੱਲ ਸੜੇ ਪਏ ਨੇ। ਔਰ ਮਹਾਰਾਜ ਦੇ ਉਹ ਪਾਵਨ ਬਚਨ ਅੰਮ੍ਰਿਤ ਗੁਰਬਾਣੀ ਅੰਦਰ ਨੇ। ਕੁਝ ਵਿਦਵਾਨਾਂ ਨੇ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਪੱਬਰ ਦਾ ਅਰਥ ਛੱਪੜ ਕੀਤਾ ਹੈ, ਪਰ ਪੱਬਰ ਦਾ ਅਰਥ ਕਵਲ ਦੇ ਫੁੱਲ ਵਿਦਵਾਨ ਮੰਨਦੇ ਨੇ। ਔਰ ਮਹਾਰਾਜ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ। ਵਿਦਵਾਨ ਕਹਿੰਦੇ ਨੇ ਕਿ ਉਸ ਕਵਲ ਦੇ ਫੁੱਲਾਂ ਨੂੰ ਸੰਬੋਧਨ ਕਰਦਿਆਂ ਮਹਾਰਾਜ ਕਹਿਣ ਲੱਗੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ। ਤੇਰਾ ਬੜਾ ਸਰੀਰ ਸੋਹਣਾ ਸੀ, ਸੋਨੇ ਵਰਗਾ ਸੀ। ਕੈ ਦੁਖੜੈ ਸੜ ਉਹੀ, ਕਿਹੜਾ ਦੁੱਖ ਲੱਗ ਗਿਆ ਤੈਨੂੰ, ਤੂੰ ਸੜ ਕੇ ਸਵਾਹ ਹੋ ਗਿਆ। ਕਾਲੀ ਹੋਈ ਆ ਦਿਹੁਰੀ, ਕਵਲ ਦੇ ਫੁੱਲ ਨੇ। ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਕਾਲੀ ਹੋਈ ਆ ਦਿਹੁਰੀ, ਨਾਨਕ ਮੈਂ ਤਨ ਭੰਗ। ਮੇਰੇ ਸਰੀਰ ਦੀ ਕਾਲਕ ਦਾ ਕਾਰਨ ਕੀ ਹੈ? ਮੈਨੂੰ ਪਾਣੀ ਤੋਂ ਟੋਟਾ ਆ ਗਿਆ, ਪਾਣੀ ਤੋਂ ਸੋਕਾ ਆ ਗਿਆ। ਕਾਲੀ ਹੋਈ ਆ ਦਿਹੁਰੀ, ਨਾਨਕ ਮੈਂ ਤਨ ਭੰਗ। ਜਾਣਾ ਪਾਣੀ ਨਾ ਲਹਾ, ਜੈ ਸੇਤੀ ਮੇਰਾ ਸੰਗ। ਜਿਹੜਾ ਪਾਣੀ ਮੇਰਾ ਜੀਵਨ ਸੀ, ਪਾਣੀ ਤੋਂ ਟੋਟਾ ਆ ਗਿਆ, ਪਾਣੀ ਮੇਰੇ ਤੋਂ ਸੁੱਕ ਗਿਆ। ਇਹੀ ਕਾਰਨ ਬਣਿਆ
ਮੈਂ ਸੜ ਕੇ ਸਵਾਹ ਹੋ ਗਿਆ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਬਸ ਗੱਲ ਇੰਨੀ ਕੁ ਹੈ ਕਿ ਜਿਹੜਾ ਆਪਣੇ ਮੂਲ ਨਾਲ ਜੁੜਿਆ, ਜਿਸ ਦੇ ਜੀਵਨ ਅੰਦਰ ਮੂਲ ਪ੍ਰਮਾਤਮਾ ਹੈ, ਉਹਦੀ ਹੋਂਦ ਸਦਾ ਬਣੀ ਰਹਿੰਦੀ ਹੈ। ਜਿਹੜੇ ਆਪਣੇ ਕੇਂਦਰ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੀ ਹਾਲਤ ਇਸ ਕਵਲ ਦੇ ਫੁੱਲ ਵਰਗੀ ਹੋ ਜਾਂਦੀ ਨੇ। ਜੀਵਨ ਅੰਦਰ ਸੋਕਾ ਆਉਣਾ, ਜੀਵਨ ਤਬਾਹ ਹੋ ਜਾਣਾ, ਔਰ ਜੀਵਨ ਦੇ ਅੰਦਰ ਸਦਾ ਘਾਟਾ ਹੀ ਘਾਟਾ ਦਿਸਣਾ। ਇਹਦਾ ਕਾਰਨ ਹੀ ਹੈ ਮਨੁੱਖ ਆਪੇ ਨਾਲੋਂ ਟੁੱਟ ਜਾਂਦਾ ਹੈ। ਸੋ ਸੰਗਤ ਜੀ, ਮਹਾਰਾਜ ਦੇ ਜੀਵਨ ਇਤਿਹਾਸ ਅੰਦਰ ਇਸ ਤਰ੍ਹਾਂ ਦੀਆਂ ਬੜੀਆਂ ਭਾਵਪੂਰਤ ਘਟਨਾਵਾਂ ਦਾ ਜ਼ਿਕਰ ਹੈ। ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ। ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਸੰਬੰਧ ਵਿੱਚ ਉਦਾਹਰਣ ਦਿੱਤੀ ਹੈ। ਉਹ ਕਹਿੰਦੇ, ਤਰਵਰ ਗਿਰੇ ਪਾਤ, ਬਹੁਰੋ ਨਾ ਜੋਰੇ ਜਾਤ। ਦਰਖਤ ਦੀਆਂ ਟਾਹਣੀਆਂ ਨਾਲੋਂ ਪੱਤੇ ਧਰਤੀ ਤੇ ਡਿੱਗ ਪੈਣ, ਮੁੜ ਕੇ ਜੋੜੇ ਨਹੀਂ ਜਾ ਸਕਦੇ। ਪਰ ਮਹਾਰਾਜ ਦੇ ਦਰ ਤੋਂ ਟੁੱਟਿਆ ਹੋਇਆ ਮਨੁੱਖ ਗੁਰੂ ਦੇ ਦਰ ਤੇ ਆ ਜਾਵੇ, ਆਣ ਕੇ ਮਹਾਰਾਜ ਦੇ ਦਰ ਤੇ ਅਰਦਾਸ ਕਰ ਦਵੇ, ਹਮ ਅਵਗਣ ਭਰੇ ਏਕ ਗੁਣ ਨਾਹੀ, ਤਾਂ ਮਹਾਰਾਜ ਕਿਰਪਾ ਕਰਦੇ ਨੇ। ਕਿਉਂਕਿ ਪ੍ਰਮਾਤਮਾ ਦਾ ਬਿਰਦ ਹੈ, ਇਹ ਸਤਿਗੁਰੂ ਦਾ ਬਿਰਦ ਹੈ। ਪ੍ਰਮਾਤਮਾ ਤੇ ਸਤਿਗੁਰੂ ਇੱਕ ਰੂਪ ਨੇ। ਔਰ ਮਹਾਰਾਜ ਕਹਿੰਦੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸੋ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਣੇ ਪਾਵਨ ਬਚਨ ਨੇ। ਮਹਾਰਾਜ ਕਹਿੰਦੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਪ ਤਾਂ ਮਨੁੱਖ ਤਰਦਾ ਹੈ, ਸਾਡੇ ਜੀਵਨ ਦਾ ਤਾਂ ਪਾਰ ਉਤਾਰਾ ਹੋਵੇਗਾ, ਬਲਕਿ ਅਨੇਕਾਂ ਹੋਰਾਂ ਨੂੰ ਮਹਾਰਾਜ ਕਹਿੰਦੇ ਉਹ ਤਾਰ ਦਿੰਦਾ ਹੈ। ਸੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਪੁਰਬ, ਸਤਿਗੁਰਾਂ ਦੀ ਬਖਸ਼ਿਸ਼ ਨੂੰ ਜੇ ਅਸੀਂ ਵਾਕਿਆ ਹੀ ਸਮਝਣਾ ਹੈ ਤਾਂ ਸੰਗਤ ਜੀ, ਨਿਤ ਮਹਾਰਾਜ ਦੇ ਪੁਰਬ ਨੇ। ਨਿਤ ਮਹਾਰਾਜ ਦੀਆਂ ਖੁਸ਼ੀਆਂ ਮਿਲ ਸਕਦੀਆਂ ਨੇ। ਨਿਤ ਮਹਾਰਾਜ ਦੇ ਚਰਨ ਪਰਸਾਂਗੇ, ਨਿਤ ਗੁਰੂ ਕੀ ਵਡਿਆਈ ਕਰਾਂਗੇ ਤਾਂ ਸਤਿਗੁਰੂ ਕਿਰਪਾ ਕਰਨਗੇ। ਸਾਡੇ ਜੀਵਨ ਅੰਦਰ ਇਹ ਖੁਸ਼ੀਆਂ, ਜੀਵਨ ਦੇ ਅੰਦਰ ਚਾਉ ਸਦਾ ਭਰਦੇ ਰਹਿਣਗੇ। ਨਹੀਂ ਤਾਂ ਮਨੁੱਖ ਦੇ ਜੀਵਨ ਦੀ ਹਾਲਤ ਜਿਹੜੀ ਹੈ, ਜਦੋਂ ਅਸੀਂ ਆਪਣੇ ਕੇਂਦਰ ਨਾਲੋਂ ਟੁੱਟ ਗਏ ਤਾਂ ਸੰਗਤ ਜੀ, ਅੱਜ ਦੇ ਸਾਡੇ ਜਿਹੜੇ ਹਾਲਾਤ ਨੇ ਪਰਿਵਾਰਾਂ ਦੇ, ਅੱਜ ਦੇ ਹਾਲਾਤ ਨੇ ਬੱਚਿਆਂ ਦੇ, ਧਨ ਬਹੁਤ ਕਮਾ ਲਿਆ, ਬਹੁਤ ਸ਼ੋਹਰਤ, ਬਹੁਤ ਦੌਲਤ ਕਮਾ ਲਈ, ਦੇਸ਼ ਨੂੰ ਛੱਡ ਕੇ ਪ੍ਰਦੇਸ਼ਾਂ ਵਿੱਚ ਬੈਠੇ ਹਾਂ। ਪਰ ਬੱਚਿਆਂ ਦੇ ਜਦੋਂ ਹਾਲਾਤ ਆਪਾਂ ਦੇਖਦੇ ਹਾਂ, ਆਪਣੇ ਆਪਣੇ ਪਰਿਵਾਰਾਂ ਦੇ ਜਾਂ ਆਪਣੇ ਜੀਵਨ ਦੇ ਇਸ ਪੜਾਅ ਤੇ ਆਣ ਕੇ ਆਪਣੇ ਆਪ ਨੂੰ ਦੇਖਦੇ ਹਾਂ, ਤਾਂ ਮਨੁੱਖ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਇਹ ਆਪਾਂ ਅੰਤਰਾਤਮੇ ਝਾਤ ਮਾਰੀਏ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ। ਮਹਾਰਾਜ ਕਹਿੰਦੇ, ਚਿੰਤਤ ਹੀ ਦੀਸੈ ਸਭ ਕੋਇ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਇਹ ਪਾਵਨ ਬਚਨ ਓੰਕਾਰ ਬਾਣੀ ਅੰਦਰ ਹੈ, ਜਿਸ ਨੂੰ ਅਸੀਂ ਓੰਕਾਰ, ਔਰ ਮਹਾਰਾਜ ਦੀ ਉਸ ਪਾਵਨ ਬਾਣੀ ਦੇ ਅੰਦਰ ਦੱਖਣੀ ਓੰਕਾਰ ਕਰਕੇ ਵਿਦਵਾਨ ਕੁਝ ਆਖਦੇ ਨੇ। ਦੱਖਣੀ ਇੱਕ ਰਾਗ ਹੈ, ਜਾਤੀ ਹੈ ਰਾਮਕਲੀ ਰਾਗ ਦੀ। ਔਰ ਮਹਾਰਾਜ ਦੀ ਇਹ ਬਾਣੀ ਵੀ ਵਿਸ਼ੇਸ਼ ਉਚਾਰਨ ਕੀਤੀ ਹੋਈ ਉਹਨਾਂ ਪਾਂਡਿਆਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਬੱਚਿਆਂ ਨੂੰ ਵਿਦਿਆ ਦੇ ਨਾਂ ਤੇ ਕੁਝ ਉਹ ਪੜ੍ਹਾ ਰਹੇ ਸਨ, ਜੋ ਪ੍ਰਮਾਤਮਾ ਦੇ ਪ੍ਰਭੂ ਦੇ ਦਰ ਤੋਂ ਤੋੜਨ ਵਾਲਾ ਸੀ। ਤਾਂ ਮਹਾਰਾਜ ਨੇ ਕਿਹਾ ਸੀ, ਸੁਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਸੋ ਮਹਾਰਾਜ ਕਹਿੰਦੇ, ਹਰ ਸੰਸਾਰ ਦੇ ਅੰਦਰ ਪ੍ਰਾਣੀ ਚਿੰਤਾਤਰ ਹੈ, ਚਿੰਤਾ ਵਿੱਚ ਗਰਸਿਆ ਹੋਇਆ, ਭਾਵੇਂ ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਅਨਪੜ੍ਹ ਹੈ, ਕੋਈ ਵਿਦਵਾਨ ਹੈ। ਮਹਾਰਾਜ ਕਹਿੰਦੇ ਹਰ ਇੱਕ ਨੂੰ ਚਿੰਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਹੀ ਪਾਵਨ ਪੰਕਤੀ ਅੰਦਰ ਕਿਰਪਾ ਕੀਤੀ। ਜਦੋਂ ਹਜ਼ੂਰ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ, ਤਾਂ ਮਹਾਰਾਜ ਕਹਿੰਦੇ ਚੇਤੈ ਏਕ ਤਹੀਂ ਸੁਖ ਹੋਏ। ਇੱਕ ਪਰਮਾਤਮਾ ਨੂੰ ਜਦੋਂ ਯਾਦ ਕਰਾਂਗੇ ਤਾਂ ਜੀਵਨ ਅੰਦਰ ਸੁਖ ਆਵੇਗਾ, ਜੀਵਨ ਅੰਦਰ ਆਨੰਦ ਆਵੇਗਾ। ਸੋ ਅੱਜ ਦਾ ਪਾਵਨ ਸ਼ਬਦ ਵੀ ਸਤਿਗੁਰਾਂ ਦਾ
ਜੋ ਰਾਗ ਪ੍ਰਭਾਤੀ ਦੇ ਅੰਦਰ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹਦੇ ਅੰਦਰ ਵੀ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੂੰ ਮਾਲਕ ਦੀ ਇਸ ਨਿਰਮਲ ਬਾਣੀ, ਮਾਲਕ ਦੀ ਇਹ ਬਖਸ਼ਿਸ਼ ਪ੍ਰਾਪਤ ਹੋ ਗਈ, ਉਹਨਾਂ ਦਾ ਜੀਵਨ, ਉਹਨਾਂ ਦੀ ਸੁਰਤ, ਉਹਨਾਂ ਨੂੰ ਉਹ ਮਹਾਨ ਬਖਸ਼ੇ ਜੀਵਨ ਅੰਦਰ ਪ੍ਰਾਪਤ ਹੁੰਦੀ ਹੈ। ਸੋ ਆਓ ਰਹਿੰਦੇ ਹੋਏ ਸਮੇਂ ਅੰਦਰ ਆਪਾਂ ਮਹਾਰਾਜ ਦੇ ਇਸ ਅੰਮ੍ਰਿਤ ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰੀਏ, ਸਮਝੀਏ। ਇੱਕ ਵਾਰ ਸਾਰੇ ਪਿਆਰ ਨਾਲ ਜਪੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਦਰਗਾਹ ਦਾਨਾ ਬੀਨਾ ਇਕ ਆਪੇ, ਨਿਰਮਲ ਗੁਰ ਕੀ ਬਾਣੀ ਆਪੇ। ਸੁਰਤਾ ਸੱਚ ਵਿਚਾਰਸ ਆਪੇ, ਬੂਝੈ ਪਦ ਨਿਰਵਾਣੀ। ਦਾਨਾ ਦਾ ਅਰਥ ਹੁੰਦਾ ਹੈ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ, ਭਾਵ ਕਿ ਅੰਤਰਜਾਮੀ। ਔਰ ਬੀਨਾ ਦਾ ਅਰਥ ਹੈ ਸਾਡੇ ਕੀਤੇ ਹੋਏ ਕੰਮਾਂ ਨੂੰ ਵੇਖਣ ਵਾਲਾ। ਭਾਵੇਂ ਕੰਮ ਚੰਗੇ ਕਰਦੇ ਹਾਂ ਜਾਂ ਮਾੜੇ ਕਰਦੇ ਹਾਂ, ਪਰਮਾਤਮਾ ਸਾਰਾ ਕੁਝ ਦੇਖਦਾ ਹੈ। ਉਸ ਪਰਮਾਤਮਾ ਤੋਂ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ। ਸੋ ਹਜ਼ੂਰ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਕਿਰਪਾ ਕਰਦੇ ਨੇ। ਸਭ ਕਹਿੰਦੇ ਸਤਿਗੁਰੂ ਦੀ ਪਵਿੱਤਰ ਬਾਣੀ ਵਿੱਚ ਜੁੜਿਆ ਹੀ ਮਹਾਰਾਜ ਦੀ ਬਾਣੀ ਨੂੰ ਪੜ੍ਹਿਆ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਪਰਮਾਤਮਾ ਸਾਰਿਆਂ ਦੇ ਕੀਤੇ ਜਾ ਰਹੇ ਕਰਮ ਤੇ ਕਰਤੂਤਾਂ ਨੂੰ ਵੇਖਣ ਵਾਲਾ ਹੈ। ਸੋ ਸੰਗਤ ਜੀ, ਇਹ ਗੱਲ ਮਤ ਅਸੀਂ ਭੁੱਲ ਗਏ ਕਿ ਜੋ ਕੁਝ ਅਸੀਂ ਕਰਦੇ ਹਾਂ ਉਸ ਨੂੰ ਕੋਈ ਦੇਖਦਾ ਨਹੀਂ। ਕਾਨੂੰਨ ਤੋਂ ਅਸੀਂ ਕੁਝ ਲੁਕਾ ਸਕਦੇ ਹਾਂ, ਸਮਾਜ ਤੋਂ ਅਸੀਂ ਕੁਝ ਲੁਕਾ ਸਕਦੇ ਹਾਂ, ਪਰ ਗੁਰੂ ਤੋਂ, ਪਰਮਾਤਮਾ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਸਦਾ ਸੁਣਦਾ ਹੈ, ਦੇਖਦਾ ਹੈ, ਵਿਚਾਰਦਾ ਹੈ ਸਾਡੇ ਕਰਮ। ਉਹ ਪਰਮਾਤਮਾ ਸਾਡੀਆਂ ਅਰਦਾਸਾਂ ਨੂੰ ਵੀ ਸੁਣਦਾ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਹੀ ਪਰਮਾਤਮਾ ਸਾਡੀਆਂ ਲੋੜਾਂ ਨੂੰ ਦੇਖਦਾ ਤੇ ਸਮਝਦਾ ਹੈ। ਉਹ ਪਰਮਾਤਮਾ ਆਪ ਜਿਹੜਾ ਹੈ ਵਾਸ਼ਨਾ ਰਹਿਤ ਹੈ। ਉਹ ਸਾਰਾ ਕੁਝ ਦੇਖਦਾ ਹੋਇਆ ਫਿਰ ਵੀ ਪਰਮਾਤਮਾ ਨਿਰਲੇਪ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਕਿਰਪਾ ਕਰਦੇ ਨੇ। ਗੁਰਦੇਵ ਜੀ ਦੇ ਅੱਗੇ ਪਾਵਨ ਬਚਨ ਨੇ ਜੀ, ਜਲ ਤਰੰਗ ਅਗਨੀ ਪਵਨ ਪੁਨ, ਤ੍ਰੈ ਮਿਲ ਜਗਤ ਉਪਾਇਆ, ਐਸਾ ਬਲ ਛਲ ਤਿਨ ਕੋ ਦੀਆ, ਹੁਕਮੀ ਠਾਕੁਰ ਹਾਇਆ। ਤਰੰਗ ਦਾ ਅਰਥ ਹੈ ਲਹਿਰ, ਪਵਨ ਦਾ ਅਰਥ ਹੈ ਹਵਾ। ਹੁਕਮ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਗੁਰਦੇਵ ਇੱਥੇ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਨੇ ਆਪ ਹੀ ਇਹ ਪਾਣੀ, ਅੱਗ, ਹਵਾ ਜਿਹੜੇ ਤੱਤ ਪੈਦਾ ਕੀਤੇ ਨੇ ਔਰ ਪਰਮੇਸ਼ਰ ਦੇ ਹੁਕਮ ਅੰਦਰ ਹੀ ਇਹ ਸੰਸਾਰ ਦੀ ਪੈਦਾਇਸ਼ ਹੋਈ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਔਰ ਮਾਲਕ ਨੇ ਹੀ ਇਹਨਾਂ ਤੱਤਾਂ ਨੂੰ ਤਾਕਤ ਬਖਸ਼ੀ ਔਰ ਆਪਣੇ ਹੁਕਮ ਦੇ ਨਾਲ ਹੀ ਪਰਮਾਤਮਾ ਨੇ ਸਾਰਾ ਕੁਝ ਆਪਣੇ ਹੁਕਮ ਵਿੱਚ ਬੰਨ੍ਹਿਆ ਹੋਇਆ ਹੈ, ਰੋਕਿਆ ਹੋਇਆ ਹੈ। ਜਿਵੇਂ ਮਾਲਕ ਚਾਹੁੰਦਾ ਹੈ ਉਵੇਂ ਸਾਰਾ ਕੁਝ ਹੁੰਦਾ ਹੈ ਜੀ। ਐਸੇ ਜਨ ਵਿਰਲਾ ਜਗ ਅੰਤਰ, ਪਰਖ ਖਜ਼ਾਨਾ ਪਾਇਆ, ਜਾਤ ਵਰਨ ਤੇ ਭਏ ਅਤੀਤਾ, ਮਮਤਾ ਲੋਭ ਚੁਕਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਸਭ ਕਹਿੰਦੇ ਸੰਸਾਰ ਵਿੱਚ ਵਿਰਲੇ ਨੇ ਉਹ ਮਨੁੱਖ ਜਿਨ੍ਹਾਂ ਨੇ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ ਔਰ ਵਿਰਲੇ ਹਨ ਉਹ ਮਨੁੱਖ ਜਿਨ੍ਹਾਂ ਦੇ ਜੀਵਨ ਨੂੰ ਦੇਖ ਕੇ ਪਰਮਾਤਮਾ ਨੇ ਆਪਣੇ ਦਰ ਤੇ, ਆਪਣੇ ਖਜ਼ਾਨੇ ਦੇ ਵਿੱਚ ਪਾ ਲਿਆ। ਅਜਿਹੇ ਬੰਦੇ ਮਹਾਰਾਜ ਕਹਿੰਦੇ ਨੇ ਜਿਹੜਾ ਜਾਤ ਅਭਿਮਾਨ ਹੈ। ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵੱਡੀ ਕਿਰਪਾ ਕੀਤੀ ਸੀ। ਮਹਾਰਾਜ ਨੇ ਜਾਤ ਅਭਿਮਾਨੀਆਂ ਦਾ ਅਭਿਮਾਨ ਤੋੜਿਆ ਸੀ। ਮਹਾਰਾਜ ਨੇ ਇਹ ਬਚਨ, ਇਹ ਹੁਕਮ ਦ੍ਰਿੜ ਕਰਵਾਏ ਵਾਰ-ਵਾਰ ਕਿ ਮਨੁੱਖ ਦੀ ਕੋਈ ਜਾਤ ਨਹੀਂ। ਮਨੁੱਖ ਦੀ ਜਾਤ ਮਨੁੱਖ ਹੈ,
ਮਨੁੱਖ ਦੇ ਚੰਗੇ ਗੁਣ ਜਿਹੜੇ ਨੇ ਜੀਵਨ ਅੰਦਰ ਕੰਮ ਆਉਣੇ ਨੇ, ਪਰ ਬਦਕਿਸਮਤੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਨ ਵਾਲੇ, ਸੁਣਨ ਵਾਲੇ, ਦਰਸ਼ਨ ਕਰਨ ਵਾਲੇ ਜਾਤ ਅਭਿਮਾਨੀ ਬਣ ਗਏ। ਅੱਜ ਜਿੰਨਾ ਜਾਤ ਅਭਿਮਾਨ ਸਾਡੇ ਸਿੱਖਾਂ ਦੇ ਵਿੱਚ ਹੈ, ਮੇਰਾ ਖਿਆਲ ਦੁਨੀਆ ਦੇ ਅੰਦਰ ਕਿਸੇ ਧਰਮ ਵਿੱਚ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਸਾਨੂੰ ਸੰਬੱਤ ਬਖਸ਼ਿਸ਼ ਕਰਨ, ਸਾਡੇ ਤੇ ਮਹਾਰਾਜ ਰਹਿਮਤ ਕਰਨ ਔਰ ਸਾਡੇ ਅੰਦਰੋਂ ਇਹ ਜਾਤ ਅਭਿਮਾਨ ਜਿਹੜਾ ਖਤਮ ਹੋ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹਨਾਂ ਨੂੰ ਮਹਾਰਾਜ ਆਪਣੇ ਖਜ਼ਾਨੇ ਵਿੱਚ ਪ੍ਰਵਾਨ ਕਰਦਾ ਹੈ ਜਿਹੜੇ ਜਾਤ ਅਭਿਮਾਨ ਤੋਂ ਨਿਰਲੇਪ ਹੋ ਜਾਂਦੇ ਨੇ ਔਰ ਜਿਹੜੇ ਮਾਇਆ ਦੀ ਮਮਤਾ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਨੇ, ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਕਬੂਲ ਹੁੰਦੇ ਨੇ, ਮਕਬੂਲ ਹੁੰਦੇ ਨੇ। ਸੋ ਸਤਿਗੁਰੂ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲੈ, ਜਿਨ ਗੁਰਮੁਖ ਸਾਚਾ ਭਾਇਆ। ਸਤਿਗੁਰੂ ਜੀ ਨੇ ਸ਼ਬਦ ਦੀ ਸਮਾਪਤੀ ਤੇ ਕਿਰਪਾ ਕੀਤੀ ਹੈ। ਸਾਹਿਬ ਕਹਿੰਦੇ ਨੇ, ਅਸਲ ਵਿੱਚ ਜੋ ਸਤਿਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਔਰ ਉਹ ਮਨੁੱਖ, ਉਹਨਾਂ ਬੰਦਿਆਂ ਨੂੰ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਔਰ ਪਰਮਾਤਮਾ ਦਾ ਨਾਮ, ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਹੈ। ਸਾਹਿਬ ਕਹਿੰਦੇ, ਉਹਨਾਂ ਦੇ ਚਰਨ ਮੈਂ ਧੋ ਧੋ ਕੇ ਧੋਂਦਾ ਹਾਂ, ਉਹਨਾਂ ਦੇ ਚਰਨ ਪਰਸਦਾ ਹਾਂ ਅਤੇ ਉਹੀ ਅਸਲ ਵਿੱਚ ਨਿਰਮਲ ਤੀਰਥ ਨੇ। ਉਹਨਾਂ ਨੇ ਹਉਮੈ ਦਾ ਦੁੱਖ ਜਿਹੜਾ ਹੈ ਉਹਨੂੰ ਆਪਣੇ ਅੰਦਰੋਂ ਖਤਮ ਕਰ ਲਿਆ ਔਰ ਮਨ ਦੇ ਵਿੱਚੋਂ ਜਿਹੜੀ ਵਿਕਾਰਾਂ ਦੀ, ਹੰਕਾਰ ਦੀ ਮੈਲ ਸੀ ਉਸ ਨੂੰ ਧੋ ਲਿਆ। ਮਨ ਨਿਰਮਲ ਹੋ ਜਾਣਾ ਸੰਗਤ ਜੀ, ਜੀਵਨ ਨਿਰਮਲ ਹੈ। ਜੇ ਮਨੁੱਖੀ ਮਨ ਮੈਲਾ ਹੈ ਤਾਂ ਜੀਵਨ ਦਾ ਹਰ ਕਰਮ ਮੈਲਾ ਹੈ। ਸਤਿਗੁਰੂ ਕਿਰਪਾ ਕਰਨ, ਸਾਡਾ ਮਨ ਨਿਰਮਲ ਹੋਵੇ ਔਰ ਮਨ ਨਿਰਮਲ ਹੋ ਗਿਆ ਤਾਂ ਜੀਵਨ ਦੇ ਸਾਰੇ ਕਰਮ ਨਿਰਮਲ ਹੋ ਜਾਣਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਬਖਸ਼ਿਸ਼ ਕਰਨ। ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਯਾਦ ਰੱਖੀਏ, ਮਹਾਰਾਜ ਨੇ ਦੁਨੀਆ ਦੇ ਅੰਦਰ ਮਨੁੱਖਤਾ ਨੂੰ ਔਰ ਇਸਤਰੀ ਜਾਤੀ ਨੂੰ ਸਨਮਾਨ ਦਿੱਤਾ ਹੈ। ਇਹ ਗੱਲ ਅਸੀਂ ਸਾਰੇ ਪੜ੍ਹਦੇ ਹਾਂ, ਮਹਾਰਾਜ ਦੀ ਸੁਣਦੇ ਹਾਂ, ਪਰ ਸੰਗਤ ਜੀ ਮਹਾਰਾਜ ਦੇ ਇਹ ਵੀ ਬਚਨ ਯਾਦ ਰੱਖੀਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਇਸ ਤਰ੍ਹਾਂ ਦਾ ਪੀਣਾ ਤੇ ਖਾਣਾ ਪਹਿਨਣਾ, ਇਹ ਤੋਂ ਬਚੀਏ। ਔਰ ਜਿੱਥੇ ਇਸਤਰੀ ਜਾਤੀ ਨੂੰ ਸਨਮਾਨ ਦਿੱਤਾ ਹੈ, ਉੱਥੇ ਜੇ ਮਹਾਰਾਜ ਕਿਰਪਾ ਕਰਨ, ਸਾਨੂੰ ਸਦਾ ਨਿਰਮਲਤਾ ਬਖਸ਼ਿਸ਼ ਕਰਨ ਸੰਗਤ ਜੀ। ਪਰ ਮਹਾਰਾਜ ਨੇ ਦੋਨੋਂ ਪੱਖ ਰੱਖੇ ਨੇ। ਹੁਣ ਕੋਈ ਇਹ ਗੱਲ ਕਹੇ, 1 ਮਿੰਟ ਵਿੱਚ ਬੇਨਤੀ ਕਰਾਂ, ਸਮਾਂ ਹੋ ਚੁੱਕਾ ਹੈ, ਕਿ ਇਸਤਰੀ ਜਾਤੀ ਨੂੰ ਸਨਮਾਨ ਦਿੱਤਾ ਹੈ, ਅਪਮਾਨ ਨਹੀਂ ਕਰਨਾ, ਮੰਦਾ ਨਹੀਂ ਬੋਲਣਾ, ਤਾਂ ਸੰਗਤ ਜੀ ਜਿਸ ਨੇ ਭਾਰਤ ਦੇ ਅੰਦਰ ਸਿੱਖਾਂ ਦੇ ਗੁਰਧਾਮਾਂ ਨੂੰ ਢਾਇਆ, ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ, ਉਸ ਨੂੰ ਕੀ ਆਖਿਆ ਜਾਵੇਗਾ। ਮਹਾਰਾਜ ਦੇ ਬਚਨ ਨੇ ਉੱਥੇ ਵੀ। ਮਹਾਰਾਜ ਕਹਿੰਦੇ, ਚੋਰਾ ਜਾਰਾ ਰੰਡੀਆਂ, ਕੁੱਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਨ। ਮਹਾਰਾਜ ਨੇ ਦੋਨੋਂ ਪੱਖ ਰੱਖੇ ਨੇ। ਸਤਿਗੁਰੂ ਕਿਰਪਾ ਕਰਨ। ਗੁਰੂ ਕੀ ਬਾਣੀ ਕਰਤੇ ਕੀ ਬਾਣੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭੁੱਲਾਂ ਚੁੱਕਾਂ ਦੀ ਖਿਮਾ ਜੀ। बहुत बहुत बधाइयाँ। जिनके तुम दिन मनाते हो उनका इरशाद भी समझो, जिनके तुम दिन मनाते हो उनकी बात भी समझो। सतगुरु कृपा करन जी। वाहिगुरु जी का खालसा, वाहिगुरु जी की फतेह।